विघ्न विनाशन सोए। वाहिगुरु जी की फतेह। विघ्न विनाशन सोए। सतनाम श्री वाहिगुरु साहिब जी। बिलंद को पधारही उचार मार मारही। लगै तुफंग तीरही गिरंत रही। बिलंद को पधारही। चवर छत्र तख्त के मालिक गुरता गद्दी उपर सुभायमान दसों पातशाहियां दे आत्मक स्वरूप जुगो जुग अटल गरीब नवाज जाहरा जहूर हाजरा हजूर ज्योति स्वरूप शब्द स्वरूप धन धन श्री गुरु ग्रंथ साहिब सच्चे पातशाह महाराज जी दी पावन पवित्र हजूरी अंदर दल भंजन गुरसूर बड़ जोधा बहुपारे उपकारी मेरी पीरी दे मालक सतगुरु धन धन श्री गुरु हरगोबिंद साहिब जी दे मुबारक पवित्र चरण छो प्राप्त इतिहासक स्थान गुरुद्वारा श्री गुरुसर साहिब विखे संध्या दे पावन पवित्र दीवाना दे विच हाजरियां लवा रही नतमस्तक हो रही समूह गुरु की संगत जी वडभागीਆਂ जो सत्संगत का लाभ प्राप्त कर रहे हाँ। सतगुरां दे अमृत दर्शन गुरबाणी दे रस भन्ने शब्दां दे कीर्तन सोदार श्री रहरास साहिब जी के जाप श्री मुखवाक प्राप्त करके श्रवण करके लाभ खटिया है। चल रही गुर इतिहास दी लड़ीवार कथा विचार दा समय सो आओ पावन गुरु के इतिहास दी अमृत विचार आरंभ करन तो पहला गुरु की बख्शिश गुर फतेह विच सांझ पाओ रसना सफलाओ बुलंद आवाज विच बुलाओ जी। वाहिगुरु जी का खालसा वाहिगुरु जी की फतेह। अगे प्रसंग आरंभ करन तो पहला कल वाले विचारे हुए प्रसंग नूं संखेप मात्र दोहराइए ताकि लड़ी जुड़ जावे और आने वाले प्रसंग नूं समझण विच असहज महसूस ना होवे। गुरु हरगोबिंद साहिब सच्चे पातशाह महाराज जी दे कर कमलों के नाल वरोसाए मुबारक पवित्र शहर श्री करतारपुर साहिब उपर काले खान की अगवाई दे विच कुतुब खान पैंदे खान अनवर खान ते मलक दतार
ਇਹਨਾਂ ਜਰਨੈਲਾਂ ਦੇ ਸਹਾਇਕਤਾ ਦੇ ਨਾਲ 75,000 ਦੀ ਗਿਣਤੀ ਦੀ ਵੱਡੀ ਫੌਜ ਰਾਤੋਂ ਰਾਤ ਅਚਨਚੇਤ ਅਚਾਨਕ ਸਤਿਗੁਰਾਂ 'ਤੇ ਹਮਲਾ ਕਰਨ ਦੇ ਲਈ ਕਰਤਾਰਪੁਰ ਨਗਰ ਦੇ ਦਰਵਾਜ਼ੇ ਅੱਗੇ ਪਹੁੰਚ ਗਈ। ਇੱਥੇ ਕਾਲੇ ਖਾਨ ਦੇ ਮਨ ਦੇ ਵਿੱਚ ਇਹ ਫੁਰਨਾ ਬਣਿਆ ਕਿ ਹੁਣ ਇੱਥੋਂ ਜਿਹੜੇ ਨਗਾਰੇ ਆ ਵਜਾਉਣੇ ਚਾਹੀਦੇ ਆ। ਆਪਦੇ ਸਾਥੀਆਂ ਨੂੰ ਕਹਿਣ ਲੱਗਾ, ਹੁਣ ਕਾਇਰਪਨ ਛੱਡੋ, ਆਪਾਂ ਬਿਲਕੁਲ ਨੇੜੇ ਆ। ਸਿੱਖਾਂ ਦੇ ਉੱਪਰ ਹਮਲਾ ਕਰਨਾ, ਇਸ ਕਰਕੇ ਨਗਾਰੇ ਵਜਾਓ। ਇਸ ਦੀ ਇਹ ਗੱਲ ਨੂੰ ਸੁਣ ਕੇ ਕੁਤਬ ਖਾਨ ਤੇ ਪੈਂਦੇ ਖਾਨ ਨੇ ਕਿਹਾ ਸੀ ਤੇ ਬਿਲਕੁਲ ਤੁਹਾਡੀ ਮਰਜ਼ੀ ਦੇ ਮੁਤਾਬਕ ਹੀ ਆ। ਜੇ ਤੁਹਾਨੂੰ ਲੱਗਦਾ ਵੀ ਹੁਣ ਨਗਾਰੇ ਵਜਾਉਣੇ ਚਾਹੀਦੇ ਆ ਤੇ ਵਜਾ ਦਿਓ। ਔਰ ਉਸ ਸਮੇਂ ਜੰਗ ਦੇ ਜਨਾਇਕ ਜਿਹੜੇ ਨਗਾਰੇ ਹੈ ਉਹ ਵਜਾਏ ਗਏ। ਕਾਲੇ ਖਾਨ ਨੇ ਇਸ਼ਾਰਾ ਕੀਤਾ ਵੀ ਇੱਕਦਮ ਸਤਿਗੁਰਾਂ ਦੇ ਉੱਪਰ ਕਰਤਾਰਪੁਰ ਸ਼ਹਿਰ ਦੇ ਉੱਪਰ ਹਮਲਾ ਕੀਤਾ ਜਾਵੇ, ਨਗਰ ਵਿੱਚ ਪ੍ਰਵੇਸ਼ ਕਰਕੇ ਮਾਰ ਮਚਾਈ ਜਾਵੇ, ਲੁੱਟ ਖੋਹ ਮਚਾਈ ਜਾਵੇ। ਸਤਿਗੁਰਾਂ ਦੀ ਸੈਨਾ ਥੋੜ੍ਹੀ ਜਿਹੀ ਆ, ਘੱਟ ਗਿਣਤੀ ਵਿੱਚ ਹੈ, ਉਸ ਨੂੰ ਸਤਿਗੁਰਾਂ ਦੇ ਸਨਮੁਖ ਅੜਨ ਨਾ ਦਿੱਤਾ ਜਾਵੇ। ਇਹਦਾ ਹੁਕਮ ਸੁਣ ਕੇ ਇਸ ਦੇ ਸੈਨਿਕਾਂ ਨੇ ਉਸੇ ਸਮੇਂ ਦੋਹਰੀਆਂ ਚੋਭਾਂ ਨਗਾਰਿਆਂ ਦੇ ਉੱਪਰ ਪਾਈਆਂ। ਸਤਿਗੁਰਾਂ ਦੇ ਹੁਕਮ ਮੁਤਾਬਕ ਜਿਹੜੇ ਸਿੰਘ ਸੂਰਮੇ ਰਾਖੀ ਕਰ ਰਹੇ ਸੀ, ਪਹਿਰਾ ਦੇ ਰਹੇ ਸੀ, ਉਹਨਾਂ ਦੇ ਕੰਨਾਂ ਦੇ ਵਿੱਚ ਜਦੋਂ ਨਗਾਰਿਆਂ ਦੀ ਆਵਾਜ਼ ਪਈ, ਸਾਵਧਾਨ ਹੋਏ। ਮਲਕ ਜਾਤੀ ਜਿਹੜਾ ਸਿੱਖ ਸੂਰਮਾ ਸੀ, ਜਾਤ ਦਾ ਬ੍ਰਾਹਮਣ, ਇਸ ਨੇ ਆਪਣੇ ਇੱਕ ਸਹਾਇਕ ਸਾਥੀ ਨੂੰ ਕਿਹਾ ਵੀ ਛੇਤੀ ਦੇ ਨਾਲ ਸਤਿਗੁਰਾਂ ਦੇ ਪਾਸ ਜਾ ਕੇ ਖਬਰ ਪਹੁੰਚਾਓ ਕਿ ਲੜਨ ਦੇ ਵਾਸਤੇ ਸਾਵਧਾਨ ਹੋ ਜਾਣ। ਇੱਕ ਹੋਰ ਬ੍ਰਾਹਮਣ ਸਿੱਖ ਸਤਿਗੁਰਾਂ ਦੇ ਪਾਸ ਪਹੁੰਚਿਆ। ਸੱਚੇ ਪਾਤਸ਼ਾਹ, ਕਿਉਂਕਿ ਰਾਤ ਦਾ ਅਖੀਰਲਾ ਪਹਿਰ ਸੀ, ਜਾਗ ਕਰਕੇ ਸੁੱਚ ਕਰਿਆ, ਇਸ਼ਨਾਨ ਸੋਧ ਕੇ ਸਾਵਧਾਨ ਸਨ। ਜਦੋਂ ਸਿੱਖ ਨੇ ਜਾ ਕੇ ਦੱਸਿਆ ਵੀ ਫੌਜ ਤਿਆਰ ਹੈ, ਮੁਗਲ ਹਮਲਾਵਰ ਹੋ ਕੇ ਪਹੁੰਚ ਗਏ ਹੈ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਇਕਾਗਰ ਚਿੱਤ ਹੋ ਕੇ ਇੱਕ ਜਾਪ ਸ੍ਰੀ ਜਪਜੀ ਸਾਹਿਬ ਦਾ ਆਪਣੀ ਰਸਨਾ ਤੋਂ ਉਚਾਰਿਆ। ਇੱਧਰ ਉਸ ਸਮੇਂ ਤੱਕ ਜੰਗ ਦੀ ਆਰੰਭਤਾ ਹੋ ਚੁੱਕੀ ਸੀ, ਬੰਦੂਕਾਂ ਚੱਲ ਪਈਆਂ ਸਨ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਸਿੱਖ ਨੂੰ ਕਿਹਾ, ਜਾਓ ਸਾਡੇ ਵੱਲੋਂ ਭਾਈ ਲੱਖੂ ਨੂੰ ਹੁਕਮ ਸੁਣਾਓ ਕਿ 500 ਦੀ ਗਿਣਤੀ ਦੀ ਫੌਜ ਨਾਲ ਲੈ ਕੇ ਸਿੱਖ ਸੂਰਮਿਆਂ ਦੀ ਮੁਗਲਾਂ ਦਾ ਸਾਹਮਣਾ ਕਰੇ। ਪਿਛਲੇ ਜੰਗ ਵਿੱਚ ਜਿਸ ਤਰੀਕੇ ਨਾਲ ਉਸਨੇ ਬਰਸ਼ੀ ਦਾ ਵਾਰ ਕੀਤਾ ਸੀ, ਅਸੀਂ ਉਹਨੂੰ ਭਾਰੀ ਯੋਧਾ ਸੂਰਮਾ ਸਮਝ ਕੇ ਇਸ ਜੰਗ ਦਾ ਸੈਨਾਪਤੀ ਥਾਪਿਆ ਹੈ। ਔਰ ਨਾਲ 2 ਸਿੱਖ ਹੋਰ, ਮਿਹਰ ਚੰਦ ਤੇ ਅਮੀਆਂ ਚੰਦ, ਉਹਨਾਂ ਨੂੰ ਸਾਡਾ ਹੁਕਮ ਦੇਣਾ ਕਿ 400 ਦੀ ਗਿਣਤੀ ਦੇ ਸੈਨਿਕ ਨਾਲ ਲੈ ਕੇ ਸਾਵਧਾਨ ਰਹਿਣ, ਭਾਈ ਲੱਖੂ ਦੀ ਸਹਾਇਤਾ ਦੇ ਲਈ ਤਿਆਰ ਬਰ ਤਿਆਰ ਹੋ ਜਾਣ। 900 ਦੀ ਜਿਹੜੀ ਬਾਕੀ ਗਿਣਤੀ ਦੀ ਫੌਜ ਸਿੱਖ ਸੂਰਮਿਆਂ ਦੇ ਬੱਚੇ, ਉਹਨਾਂ ਨੂੰ ਹੁਕਮ ਹੋਵੇ ਕਿ ਕਰਤਾਰਪੁਰ ਸਾਹਿਬ ਦੀ ਰਕਸ਼ਾ ਕਰਨੀ, ਕਿਸੇ ਪ੍ਰਕਾਰ ਦੀ ਹਾਨੀ ਨੁਕਸਾਨ ਕਰਤਾਰਪੁਰ ਸਾਹਿਬ ਨਗਰ ਨੂੰ ਨਾ ਹੋਵੇ। ਸਤਿਗੁਰਾਂ ਦਾ ਹੁਕਮ ਸੁਣ ਕੇ ਸਿੱਖ ਲੱਖੂ ਦੇ ਪਾਸ, ਭਾਈ ਲੱਖੂ ਦੇ ਪਾਸ ਪਹੁੰਚਿਆ। ਸਤਿਗੁਰਾਂ ਦਾ ਹੁਕਮ ਸੁਣਾਇਆ। ਭਾਈ ਲੱਖੂ ਤਿਆਰ ਬਰ ਤਿਆਰ ਹੋ ਕੇ 500 ਸਿੱਖ ਸੂਰਮੇ ਨਾਲ ਲੈ ਕੇ ਜੰਗ ਦੇ ਵਿੱਚ ਲੜਨ ਦੇ ਲਈ ਚੱਲ ਪਏ।
ਭਾਈ ਅਮੀਆਂ ਚੰਦ ਤੇ ਭਾਈ ਮਿਹਰ ਚੰਦ ਨੂੰ ਜਿਹੜੀ ਸਤਿਗੁਰਾਂ ਦੀ ਆਗਿਆ ਹੋਈ ਸੀ ਉਸ ਮੁਤਾਬਕ 400 ਸਿੱਖ ਸੂਰਮੇ ਨਾਲ ਲੈ ਕੇ ਸਹਾਇਤਾ ਦੇ ਲਈ ਸਹਾਇਕ ਹੋ ਕੇ ਚੱਲੇ। ਜਦੋਂ ਜੰਗ ਦੀ ਐਨ ਆਰੰਭਤਾ ਵੇਖੀ, ਬਾਬਾ ਗੁਰਦਿੱਤਾ ਸਾਹਿਬ ਜੀ ਸਤਿਗੁਰਾਂ ਦੇ ਵੱਡੇ ਸੁਪੁੱਤਰ ਸ਼ਸਤਰ ਵਸਤਰ ਧਾਰੇ, ਹੱਥ ਦੇ ਵਿੱਚ ਕਠਨ ਤੀਰ ਧਨੁਖ ਪਕੜਿਆ। ਜਿਹੜੇ ਪਹਿਲੇ ਸਿੱਖਾਂ ਨਾਲ ਗੱਲਾਂ ਕਰਦੇ ਹੁੰਦੇ ਸੀ ਵੀ ਮੈਂ 3 ਜੰਗਾਂ ਦੇ ਵਿੱਚ ਆਪਣੇ ਪਿਤਾ ਸਤਿਗੁਰੂ ਦੇ ਨਾਲ ਜੰਗ ਨਹੀਂ ਲੜ ਸਕਿਆ, ਹੁਣ ਸਮਾਂ ਬਣਿਆ ਤੇ ਸਤਿਗੁਰਾਂ ਦੇ ਨਾਲ ਜੰਗ ਲੜਾਂਗਾ। ਸਤਿਗੁਰਾਂ ਦੇ ਪਾਸ ਪਹੁੰਚੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਨੇ ਹੁਕਮ ਕੀਤਾ ਕਿ ਜਿਹੜੇ ਸਿੱਖ ਕਰਤਾਰਪੁਰ ਸਾਹਿਬ ਨਗਰ ਦੀ ਰਕਸ਼ਾ ਕਰ ਰਹੇ ਹਨ, ਤੁਸੀਂ ਉਹਨਾਂ ਨੂੰ ਸਾਵਧਾਨ ਕਰਨਾ ਹੈ, ਆਪਣੇ ਪਰਾਏ ਦੀ ਪਛਾਣ ਕਰਨੀ ਹੈ। ਦਿਨ ਚੜ੍ਹਨ ਤੱਕ ਤੁਸੀਂ ਇਉਂ ਹੀ ਸਾਵਧਾਨ ਹੋ ਕੇ ਉਹਨਾਂ ਸਿੰਘਾਂ ਦੇ ਵਿੱਚ, ਸਿੱਖਾਂ ਦੇ ਵਿੱਚ ਵਿਚਰਦੇ ਰਹਿਣਾ। ਜਦੋਂ ਦਿਨ ਚੜ੍ਹੇਗਾ ਅਸੀਂ ਆਪ ਜੰਗ ਦੇ ਵਿੱਚ ਉਤਰਾਂਗੇ। ਉਸ ਸਮੇਂ ਬਹੁਤ ਸਾਰੇ ਸੂਰਮਿਆਂ ਨੂੰ ਮਾਰ ਕੇ ਧਰਤੀ 'ਤੇ ਸੁੱਟਾਂਗੇ। ਉਦੋਂ ਤੁਸੀਂ ਸਾਡੇ ਨਾਲ ਜੰਗ ਦੇ ਵਿੱਚ ਸਾਥ ਹੋ ਕੇ ਲੜਨਾ ਹੈ। ਇੱਧਰੋਂ ਜੰਗ ਆਰੰਭ ਹੈ। ਬੇਅੰਤ ਮੁਗਲਾਂ ਨੇ ਕੋਸ਼ਿਸ਼ ਕੀਤੀ ਕਰਤਾਰਪੁਰ ਸਾਹਿਬ ਨਗਰ ਦੇ ਵਿੱਚ ਪ੍ਰਵੇਸ਼ ਕਰਨ ਦੀ, ਸਿੱਖ ਸੂਰਮਿਆਂ ਨੂੰ ਖਦੇੜਨ ਦੀ, ਪਰ ਬੜੀ ਬਹਾਦਰੀ ਦੇ ਨਾਲ ਭਾਈ ਲੱਖੂ ਦੀ ਅਗਵਾਈ ਵਿੱਚ ਸਿੱਖ ਸੂਰਮੇ ਜੰਗ ਲੜ ਰਹੇ ਹਨ। ਤੀਰਾਂ ਦੀ, ਬੰਦੂਕਾਂ ਦੀ ਮਾਰ ਮਚਾਈ ਹੋਈ ਹੈ। ਗੋਲੀਆਂ ਦੇ ਨਾਲ, ਤੀਰਾਂ ਦੇ ਨਾਲ ਵਿੰਨ ਕੇ ਸਿੱਖ ਸੂਰਮੇ ਤੁਰਕਾਂ ਦੇ ਤਾਈਂ ਘੋੜਿਆਂ ਦੇ ਸਮੇਤ ਧਰਤੀ 'ਤੇ ਸੁੱਟ ਦਿੰਦੇ ਹੈ। ਕੋਈ ਵਾਹ ਪੇਸ਼ ਨਹੀਂ ਚੱਲਦੀ ਕਿਸੇ ਵੀ ਪ੍ਰਕਾਰ ਦੇ ਨਾਲ। ਸਤਿਗੁਰਾਂ ਦੇ ਉੱਪਰ, ਸਤਿਗੁਰਾਂ ਦੇ ਸਿੱਖਾਂ ਦੇ ਉੱਪਰ ਹਾਵੀ ਨਹੀਂ ਹੋ ਰਹੇ। ਇੱਥੋਂ ਤੱਕ ਆਪਾਂ ਕੱਲ੍ਹ ਪ੍ਰਸੰਗ ਸ਼ਰਵਣ ਕੀਤਾ ਸੀ। ਅੱਗੇ ਜਿਸ ਤਰੀਕੇ ਦੇ ਨਾਲ ਪਵਿੱਤਰ ਗੁਰ ਇਤਿਹਾਸ ਦੀ ਵਿਚਾਰ ਆ ਰਹੀ ਹੈ, ਆਓ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਦੇ ਨਾਲ ਜੁੜੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲੰਦ ਕੋਪ ਧਾਰਹੀ। ਬਿਲੰਦ ਬਹੁਤ ਜ਼ਿਆਦਾ ਸੂਰਮਿਆਂ ਨੇ ਕੋਪ, ਜੋ ਗੁੱਸਾ ਹੈ, ਆਪਣੇ ਹਿਰਦੇ ਦੇ ਵਿੱਚ ਧਾਰਨ ਕੀਤਾ ਹੋਇਆ ਹੈ। ਬੜੇ ਵੀਰ ਰਸ ਦੇ ਸਮੇਤ ਸਾਰੇ ਸੂਰਮੇ ਉਚਾਰ ਮਾਰ ਮਾਰਹੀ। ਜੰਗ ਦੇ ਮੈਦਾਨ ਦੇ ਵਿੱਚ ਆਪਣੇ ਮੁਖ ਤੋਂ ਮਾਰ ਲੋ ਉਚਾਰਦੇ ਆ, ਉੱਚੀ ਉੱਚੀ ਪੁਕਾਰਦੇ ਹਨ ਜੀ। ਲਗੈ ਤੁਫੰਗ ਤੀਰਹੀ। ਕਿਸੇ ਦੇ ਜੰਗ ਦੇ ਮੈਦਾਨ ਦੇ ਵਿੱਚ ਬੰਦੂਕ ਦੀ ਗੋਲੀ ਵੱਜਦੀ ਹੈ, ਜਾ ਕੇ ਕਿਸੇ ਦੇ ਧਨੁੱਖ ਦੇ ਵਿੱਚੋਂ ਨਿਕਲਿਆ ਹੋਇਆ ਤਿੱਖਾ ਤੀਰ ਸਰੀਰ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਗਿਰੰਤ ਧੀਰ ਬੀਰਹੀ। ਜਿਹੜੇ ਧੀਰਜ ਧਾਰੀ ਸੂਰਮੇ ਹਨ, ਜੰਗ ਦੇ ਵਿੱਚੋਂ ਨਾ ਟਲਣ ਵਾਲੇ, ਜਿਨ੍ਹਾਂ ਨੂੰ ਮੌਤ ਤੋਂ ਨਹੀਂ ਡਰ ਲੱਗਦਾ, ਬਹਾਦਰੀ ਦੇ ਨਾਲ ਲੜਨ ਦੀ ਜਿਨ੍ਹਾਂ ਦੇ ਵਿੱਚ ਸ਼ਕਤੀ ਹੈ, ਉਹ ਜੰਗ ਦੇ ਵਿੱਚ ਸਾਹਮਣੇ ਖਲੋ ਕੇ ਤੀਰ ਤੇ ਬੰਦੂਕਾਂ ਦੀਆਂ ਗੋਲੀਆਂ ਆਪਣੇ ਸਰੀਰ 'ਤੇ ਸਹਾਰਦੇ ਆ ਔਰ ਜ਼ਖਮੀ ਹੋ ਕਰਕੇ ਧਰਤੀ ਦੇ ਉੱਪਰ ਡਿੱਗ ਪੈਂਦੇ ਆ ਜੀ। ਪਰੇ ਤੁਰੰਗ ਸੂਰਮਾ। ਬਹੁਤ ਸਾਰੇ ਸੂਰਮੇ ਤੇ ਘੋੜੇ ਜੰਗ ਦੇ ਮੈਦਾਨ ਦੇ ਵਿੱਚ ਡਿੱਗੇ ਪਏ ਆ, ਬੰਦੂਕਾਂ ਦੀਆਂ ਗੋਲੀਆਂ ਲੱਗਣ ਦਾ ਕਰਕੇ, ਤਿੱਖੇ ਤੀਰਾਂ ਦੀ ਮਾਰ ਸਹਾਰ ਕੇ। ਬਿਲੰਤ ਜਾਤ ਧੂਰਮਾ। ਐਸਾ ਪ੍ਰਚੰਡ ਭਿਆਨਕ ਜੰਗ ਉਸ ਸਮੇਂ ਮਚਿਆ ਹੋਇਆ ਹੈ ਕਿ ਡਿੱਗ ਡਿੱਗ ਕੇ ਸੂਰਮੇ ਧੂੜ ਦੇ ਵਿੱਚ ਮਿਲੇ ਪਏ ਐ। ਮਿੱਟੀ ਮੈਲ ਚੜ ਗਈ ਹੈ, ਸਰੀਰ ਦੇ ਨਾਲ ਚਿੰਬੜ ਗਈ ਹੈ। ਦਿਖੰਤ ਨਾ ਅਧੇਰ ਮੈਂ। ਹਨੇਰਾ ਬਹੁਤ ਹੈ, ਇਸ ਕਰਕੇ ਡਿੱਗੇ ਪਏ ਜਾਂ ਤੁਰੇ ਫਿਰਦੇ ਸੂਰਮੇ ਜਿਹੜੇ ਆ ਨਜ਼ਰ ਵੀ ਨਹੀਂ ਆ ਰਹੇ ਜੀ। ਤਵਾਏ ਜੇ ਦਰੇਰ ਮੈਂ। ਜਿਹੜੇ ਡਿੱਗੇ ਪਏ ਆ ਧਰਤੀ ਤੇ, ਉਹ ਘੋੜਿਆਂ ਦੇ ਦੌੜਾਉਣ ਦਾ ਕਰਕੇ, ਜਿਹੜੇ ਸਵਾਰ ਦੌੜਾਉਂਦੇ ਆ ਉਹਨਾਂ ਦੀ
ਦੌੜ ਦੇ ਵਿੱਚ ਪੈਰਾਂ ਦੇ ਦਰੜ ਦੇ ਵਿੱਚ ਆ ਕਰਕੇ ਮਾਰੇ ਜਾਂਦੇ ਹਨ ਜੀ। ਗਿਰੰਤ ਤਾਹੇ ਊਪਰੇ, ਜਿਹੜੇ ਉਹਨਾਂ ਦੇ ਉੱਪਰ ਮਾਰ ਖਾ ਕੇ ਡਿੱਗ ਪੈਂਦੇ ਹਨ, ਜ਼ਖਮੀ ਹੋ ਕਰਕੇ ਜਿਹੜੇ ਡਿੱਗ ਪੈਂਦੇ ਐ। ਬਿਨਾ ਹਤੇ ਸੋ ਭੂ ਪਰੇ, ਉਹ ਬਿਨਾਂ ਮਰੇ ਹੋਏ ਜ਼ਖਮੀ ਹਾਲਾਤ ਦੇ ਵਿੱਚ, ਸਵਾਸ ਹੈ ਸਰੀਰ ਦੇ ਵਿੱਚ, ਮਰੇ ਨਹੀਂ, ਸਵਾਸ ਨਹੀਂ ਨਿਕਲੇ, ਪਰ ਜ਼ਖਮ ਵੱਡੇ ਐ, ਇਸ ਕਰਕੇ ਉਹ ਧਰਤੀ ਦੇ ਉੱਪਰ ਡਿੱਗੇ ਪਏ ਆ ਜੀ, ਬੇਹਾਲ ਹੋ ਕਰਕੇ। ਦਰੰਤ ਪਾਏ ਸੰਗ ਤੇ, ਉਹ ਵੀ ਜਿਹੜੇ ਜਿਉਂਦੇ ਆ ਜ਼ਖਮੀ ਹੋਏ ਘੋੜਿਆਂ ਦੇ ਦੌੜਨ ਦਾ ਕਰਕੇ, ਉਹਨਾਂ ਦੇ ਪੌੜਾਂ ਦੇ ਹੇਠ ਆ ਕੇ ਦਲੇ ਜਾ ਰਹੇ ਹਨ। ਪਲਾਏ ਕੈ ਤੁਰੰਗ ਤੇ, ਕਿਉਂਕਿ ਜਦੋਂ ਸਵਾਰ ਦੜਾਉਂਦੇ ਆ ਘੋੜਿਆਂ ਨੂੰ, ਘੋੜਿਆਂ ਦੇ ਦੌੜਨ ਦਾ ਕਰਕੇ, ਫਿਰ ਉਹ ਘੋੜਿਆਂ ਦੇ ਪੈਰਾਂ ਹੇਠ ਆ ਕਰਕੇ ਮਲ ਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਜੀ। ਤੁਫੰਗ ਕੇ ਤੜਾਕ ਹੋਇਆ, ਰਣ ਭੂਮੀ ਦੇ ਵਿੱਚ ਤੜਾਕ ਦੀ ਆਵਾਜ਼ ਬੰਦੂਕਾਂ ਦੇ ਚੱਲਣ ਦੀ ਉੱਠਦੀ ਹੈ। ਖਤੰਗ ਕੇ ਸੜਾਕ ਹੋਇਆ, ਔਰ ਤਿੱਖੇ ਤੀਰ ਜਿਹੜੇ ਧਨੁੱਖ ਦੇ ਵਿੱਚੋਂ ਤੇਜ਼ੀ ਦੇ ਨਾਲ ਨਿਕਲਦੇ ਆ, ਉਹ ਵੀ ਸ਼ੂਕਦੇ ਜਾਂਦੇ ਆ ਸੜਾਕੇ ਪਾਉਂਦੇ ਹੋਏ। ਮਚਿਓ ਘਮੰਡ ਘੋਰ ਹੀ, ਇਸ ਤਰੀਕੇ ਦਾ ਭਿਆਨਕ, ਬਹੁਤ ਜ਼ਿਆਦਾ ਡਾਢਾ ਜਿਹੜਾ ਹੈ ਉਸ ਸਮੇਂ ਜੰਗ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਮਚਿਆ ਹੋਇਆ ਹੈ। ਮਰੈ ਨ ਤੁੰਡ ਮੋਰ ਹੀ, ਮਰ ਜਾਂਦੇ ਆ ਸੂਰਮੇ ਰਣ ਭੂਮੀ ਦੇ ਵਿੱਚ, ਤਿੱਖੇ ਤੀਰਾਂ ਦੀ ਮਾਰ, ਸ਼ਸਤਰਾਂ ਦੀ ਮਾਰ ਸਹਾਰ ਕੇ, ਗੋਲੀਆਂ ਖਾ ਕੇ। ਪਰ ਜਿਹੜੇ ਅਸਲੀ ਸੂਰਮੇ ਆ ਮੈਦਾਨੇ ਜੰਗ ਦੇ ਵਿੱਚੋਂ ਮੁੱਖ ਨਹੀਂ ਮੋੜਦੇ ਆਪਣਾ। ਕਿਤੇ ਇੱਕ ਤਰਾਸ ਪਾਏ ਕੈ, ਕਿੰਨੇ ਕੁ ਜਿਹੜੇ ਲੋਕ ਹੈ ਡਰ ਨੂੰ ਪ੍ਰਾਪਤ ਕਰਕੇ, ਕਾਇਰ ਹੋ ਕਰਕੇ, ਨਾ ਹੋਤ ਸਾਹ ਮਾਏ ਕੈ। ਸਿੱਖ ਸੂਰਮਿਆਂ ਦੇ ਸਾਹਮਣੇ ਨਹੀਂ ਹੁੰਦੇ। ਜਿਹੜੇ ਤੁਰਕ ਹੈ, ਸੈਨਿਕ ਹੈ, ਡਰ ਗਏ ਹਨ ਸਿੱਖ ਸੂਰਮਿਆਂ ਦੀ ਮਚਾਈ ਹੋਈ ਮਾਰ ਨੂੰ ਵੇਖ ਕੇ, ਕੰਬ ਗਏ, ਹਿਰਦੇ ਕਾਇਰ ਹੋ ਗਏ। ਹੁਣ ਸਾਹਮਣਾ ਕਰਨ ਦੀ ਸਮਰੱਥਾ ਨਹੀਂ ਰਹੀ, ਬਲ ਨਹੀਂ ਰਿਹਾ। ਦਰੰਤ ਆਨ ਥਾਂ ਕੋ, ਟਲਦੇ ਆ ਹੁਣ ਜੰਗ ਭੂਮੀ ਦੇ ਵਿੱਚੋਂ, ਟਲ ਕੇ ਆਸੇ ਪਾਸੇ ਨੂੰ ਹੁੰਦੇ ਆ ਵੀ ਕਿਸੇ ਹੋਰ ਪਾਸੇ ਨੂੰ ਚਲੇ ਜਾਈਏ, ਕਿਸੇ ਹੋਰ ਥਾਂ ਦੇ ਉੱਪਰ ਜਾ ਕੇ ਵੇਖੀਏ, ਕੋਈ ਜਾ ਕੇ ਖਲੋ ਜਾਈਏ। ਪ੍ਰਹਾਨ ਕੈ ਗੁਮਾਨ ਕੋ, ਜਿਹੜਾ ਜੰਗ ਲੜਨ ਦਾ ਮਨ ਦੇ ਵਿੱਚ ਹੰਕਾਰ ਸੀ ਨਾ, ਉਹ ਮਿਟ ਗਿਆ ਹੁਣ, ਖਤਮ ਹੋ ਗਿਆ। ਉਹ ਮਾਣ ਨਹੀਂ ਰਿਹਾ, ਅਭਿਮਾਨ ਨਹੀਂ ਰਿਹਾ, ਹੰਕਾਰ ਨਹੀਂ ਰਿਹਾ। ਐਸਾ ਭਿਆਨਕ ਜੰਗ ਮਚਿਆ, ਕਾਇਰ ਹੋ ਗਏ, ਨਿਮਾਣੇ ਹੋ ਗਏ। ਜਿਵੇਂ ਨਿਰਬਲ ਨਹੀਂ ਹੁੰਦੇ, ਇਸ ਤਰੀਕੇ ਦੇ ਨਾਲ ਹਾਰ ਮੰਨ ਕੇ ਪਾਸਾ ਕਰਨਾ ਚਾਹੁੰਦੇ ਆ ਜੰਗ ਭੂਮੀ ਦੇ ਵਿੱਚੋਂ। ਬਜੇ ਜੁਝਾਊ ਬਾਦਤਾ, ਜਿਹੜੇ ਪ੍ਰੇਰਨਾ ਦੇਣ ਵਾਲੇ ਆ ਸੂਰਮਿਆਂ ਨੂੰ ਜੂਝਣ ਦੀ, ਜੰਗ ਦੇ ਵਿੱਚ ਸਨਮੁਖ ਹੋ ਕੇ ਮਰਨ ਦੀ, ਐਸੇ ਜਿਹੜੇ ਵਾਦਿਆ ਜੰਤਰ ਹੈ ਨਾ, ਵੀਰ ਰਸ ਜਗਾਉਣ ਵਾਲੇ, ਉਹ ਵੀਰ ਰਸ ਜਗਾਉਣ ਵਾਲੇ ਵਾਜੇ, ਨਗਾਰੇ, ਨਫੀਰੀਆਂ, ਢੋਲ ਇਤਿਆਦਿਕ, ਜਿਹੜੇ ਇਸ ਸਰੀਰ ਦੇ ਵਿੱਚ ਜੋਸ਼ ਨੂੰ ਪ੍ਰਚੰਡ ਕਰਨ, ਤਿੱਖਾ ਕਰਨ। ਸੋ ਐਸਾ ਉੱਥੇ ਜਿਹੜਾ ਸੰਗੀਤ ਹੈ ਜੰਗ ਦੇ ਮੈਦਾਨ ਦੇ ਵਿੱਚ, ਉਹ ਧੁਨ ਉੱਠ ਰਹੀ ਹੈ। ਇਹ ਆਦਿ ਕਾਲ ਤੋਂ ਹੀ ਸਭ ਫੌਜਾਂ ਦੀ ਰੀਤ ਹੁੰਦੀ ਸੀ, ਅੱਜ ਦੇ ਸਮੇਂ ਤੱਕ ਵੀ ਇਹ ਰੀਤੀ ਹੈ। ਔਰ ਗੁਰੂ ਘਰ ਦੇ ਵਿੱਚ ਵੀ ਵੀਰ ਰਸੀ ਗੁਰਬਾਣੀ ਦੇ ਸ਼ਬਦ ਵੀ ਪੜ੍ਹੇ ਜਾਂਦੇ ਹੈ, ਔਰ ਸਾਜ਼ਬਾਜ਼ ਵੀ ਵਜਾਏ ਜਾਂਦੇ ਆ, ਨਗਾਰਾ ਇਤਿਆਦਿਕ। ਢਾਡੀ ਵਾਰਾਂ ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਰੰਭ ਇਸੇ ਕਰਕੇ ਕੀਤੀਆਂ ਸੀ ਕਿ ਭਾਰਤ ਦੀ ਭੂਮੀ ਦੇ ਲੋਕਾਂ ਦਾ ਜਿਹੜਾ ਖੂਨ ਜੰਮ ਗਿਆ, ਠੰਡਾ ਹੋ ਗਿਆ, ਇਹਨਾਂ ਦੀ ਅਣਖ ਤੇ ਗੈਰਤ ਜਿਹੜੀ ਨਿੱਘਰ ਚੁੱਕੀ ਹੈ, ਉਸ ਨੂੰ ਫਿਰ ਦੋਹਰੇ ਸੁਰਜੀਤ ਕੀਤਾ ਜਾਵੇ। ਠੰਡੇ ਪੈ ਚੁੱਕੇ ਖੂਨ ਦੇ ਵਿੱਚ ਜੋਸ਼ ਭਰਿਆ ਜਾਵੇ, ਉਬਾਲਾ ਲਿਆਂਦਾ ਜਾਵੇ, ਇਹਨਾਂ ਨੂੰ ਆਪਣੀ ਸੰਸਕ੍ਰਿਤੀ ਚੇਤੇ ਕਰਾਈ ਜਾਵੇ, ਇਹਨਾਂ ਨੂੰ ਚੇਤੇ ਕਰਾਇਆ ਜਾਵੇ ਵੀ ਤੁਸੀਂ ਕਾਇਰ ਨਹੀਂ ਹੋ, ਬੜੇ ਬਹਾਦਰ ਹੋ। ਸੋ ਇਸ ਸੰਗੀਤ ਦੀ ਇੱਕ ਅਹਿਮੀਅਤ ਹੁੰਦੀ ਹੈ। ਜਿਸ ਪ੍ਰਕਾਰ ਦਾ ਸੰਗੀਤ ਕੋਈ ਸੁਣਦਾ ਹੈ, ਉਹਦੀ ਸੁਰਤ, ਉਹਦੀ ਬਿਰਤੀ ਵੀ ਵੈਸੀ ਹੀ ਹੋ ਜਾਂਦੀ ਹੈ। ਸੋ ਕਹਿੰਦੇ ਐਸਾ ਸੰਗੀਤ ਰਣ ਭੂਮੀ ਦੇ ਵਿੱਚ ਸੰਗੀਤਕਾਰਾਂ ਦੇ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ, ਜਿਹੜਾ ਸੰਗੀਤ ਕਾਇਰਾਂ ਦੇ ਹਿਰਦਿਆਂ ਦੇ ਵਿੱਚ ਵੀ ਉਛਾਲਾ ਲਿਆ ਦਿੰਦਾ ਹੈ, ਜਿਹੜਾ ਡਰ ਦੇ ਨਾਲ ਠੰਡੇ ਪੈ ਚੁੱਕੇ ਖੂਨ ਨੂੰ ਫਿਰ ਜੋਸ਼ੀਲਾ ਬਣਾ ਦਿੰਦਾ ਹੈ। ਐਸੇ ਜਿਹੜੇ ਮਾਰੂ ਵਾਜੇ ਆ, ਉਹ ਜੰਗ ਭੂਮੀ ਦੇ ਵਿੱਚ ਵਜਾਏ ਜਾ ਰਹੇ ਹਨ ਜੀ। ਉਤੰਗ ਜੰਗ ਨਾਦਤਾ, ਉਤੰਗ ਉੱਚੀ ਆਵਾਜ਼ ਦੇ ਵਿੱਚ
ਜੰਗ ਦੇ ਪ੍ਰਤੀਕ ਆਵਾਜ਼ਾਂ ਜਿਹੜੀਆਂ ਹਨ ਉਹ ਉੱਠ ਰਹੀਆਂ ਹਨ। ਪ੍ਰਚਾਰ ਵੀਰ ਆਵਤੇ ਇੱਕ ਦੂਜੇ ਨੂੰ ਪ੍ਰੇਰਦੇ ਇੱਕ ਦੂਜੇ ਨੂੰ ਵੰਗਾਰਦੇ ਲਲਕਾਰਦੇ ਇੱਕ ਦੂਜੇ ਵੱਲ ਜਿਹੜੇ ਸੂਰਮੇ ਆ ਵੱਧ ਰਹੇ ਹਨ, ਆ ਰਹੇ ਹਨ। ਮਰਨ ਤਫੰਗ ਘਾਵਤੇ ਔਰ ਬੰਦੂਕਾਂ ਦੇ ਗੋਲੀਆਂ ਦੇ ਜ਼ਖਮ ਲੱਗਣ ਕਰਕੇ ਸਰੀਰ ਵਿੰਨੇ ਜਾਂਦੇ ਆ, ਫਿਰ ਮਰ ਜਾਂਦੇ ਹਨ ਜੀ। ਬਿਲੰਬ ਨਾ ਲਗੰਤ ਹੈ ਕੋਈ ਦੇਰ ਨਹੀਂ ਲੱਗਦੀ, ਬੰਦੂਕ ਦੀ ਗੋਲੀ ਦਾ ਸ਼ਿਕਾਰ ਹੁੰਦੇ ਆ ਤੇ ਮਰਦੇ ਆ। ਮੁਗਲ ਤੁਰਕਾਂ ਦੀ ਸੈਨਿਕਾਂ ਦੀ ਐਸੀ ਹਾਲਾਤ ਹੋ ਰਹੀ ਹੈ। ਜਟਾਪਟੀ ਜੁਝੰਤ ਹੈ ਚਟਾਪਟੀ ਕਾਲੀ ਦੇ ਨਾਲ ਸੂਰਮੇ ਇਸ ਜੰਗ ਦੇ ਮੈਦਾਨ ਦੇ ਵਿੱਚ ਪ੍ਰਾਣ ਤਿਆਗ ਰਹੇ ਹਨ, ਜਿਹੜੇ ਤੁਰਕ ਹਨ। ਵਿਸਾਲ ਸ਼ੋਰ ਮਾਚਿਓ ਬਹੁਤ ਭਾਰੀ ਸ਼ੋਰ ਮੱਚਿਆ ਹੋਇਆ, ਸ਼ੋਰਗੁਲ ਹੋ ਗਿਆ, ਰੌਲਾ ਪੈ ਗਿਆ। ਲਹੂ ਸਧੂਲ ਰਾਚਿਓ ਸੂਰਮਿਆਂ ਦੇ ਸਰੀਰ ਦੇ ਵਿੱਚੋਂ ਜ਼ਖਮਾਂ ਦੇ ਵਿੱਚੋਂ ਨਿਕਲ ਕੇ ਲਹੂ ਹੈ ਜਿਹੜਾ ਧਰਤੀ ਦੇ ਵਿੱਚ ਮਿਲ ਕੇ ਗਾਰਾ ਬਣ ਗਿਆ ਜੀ। ਦੋਹਰਾ ਇਸ ਪ੍ਰਕਾਰ ਸੰਗਰ ਮਚਿਓ ਤਿਮਰ ਜਾਮਨੀ ਮਾਹੇ। ਇਸ ਤਰੀਕੇ ਦੇ ਨਾਲ ਬਹੁਤ ਭਾਰੀ ਜੰਗ ਮਚਿਆ। ਰਾਤ ਦੇ ਹਨੇਰੇ ਦੇ ਵਿੱਚ ਇਹ ਭਿਆਨਕ ਮਾਰ ਸਿੱਖ ਸੂਰਮਿਆਂ ਨੇ ਮੁਗਲਾਂ ਦੇ ਉੱਪਰ ਵਰਤਾਈ ਹੈ। ਤੁਖੈ ਪਲੀਤੇ ਬ੍ਰਿੰਦ ਹੀ ਉਠੈ ਸ਼ਬਦ ਵੱਡ ਜਾਹੇ। ਬੰਦੂਕਾਂ ਚੱਲਣ ਦਾ ਕਰਕੇ ਬਹੁਤ ਸਾਰੇ ਪਲੀਤੇ ਆ ਜਿਹੜੇ ਧੁਖਦੇ ਆ, ਜਿਨ੍ਹਾਂ ਨੂੰ ਅੱਗ ਦਿੱਤੀ ਜਾਂਦੀ ਹੈ। ਔਰ ਬੰਦੂਕਾਂ ਦੇ ਚੱਲਣ ਦੀ ਜਿਹੜੀ ਆਵਾਜ਼ ਹੈ ਬਹੁਤ ਗਰਜਵੀਂ, ਬੜੀ ਭਾਰੀ, ਉਹ ਜੰਗ ਭੂਮੀ ਦੇ ਵਿੱਚੋਂ ਉੱਠਦੀ ਹੈ ਉਸ ਸਮੇਂ। ਦੋਹਰਾ ਲੀਏ ਬਾਹਨੀ ਲਰਤ ਭਾ ਲੱਖੂ ਵੀਰ ਵਿਸਾਲ। ਇਸ ਤਰੀਕੇ ਦੇ ਨਾਲ ਸਤਿਗੁਰਾਂ ਦਾ ਹੁਕਮ ਪ੍ਰਾਪਤ ਕਰਕੇ ਲੱਖੂ ਸਿੱਖ ਸੈਨਾਪਤੀ ਜਿਹੜਾ ਬਣਿਆ ਇਸ ਜੰਗ ਦੇ ਵਿੱਚ। 500 ਸਿੱਖ ਸੂਰਮਿਆਂ ਦੇ ਟੋਲੇ ਨੂੰ ਨਾਲ ਲੈ ਕੇ, ਦਲ ਨੂੰ ਨਾਲ ਲੈ ਕੇ, ਬੜਾ ਭਾਰੀ ਜੰਗ ਇਸ ਸੂਰਮੇ ਨੇ ਜਿਹੜਾ ਯੋਧਾ ਹੈ, ਨਿਡਰ ਸਾਹਸੀ, ਨਿਪੁੰਨ ਜੰਗ ਲੜਨ ਦੇ ਵਿੱਚ, ਇਸ ਨੇ ਐਸਾ ਭਿਆਨਕ ਜੰਗ ਉਸ ਸਮੇਂ ਮਚਾਇਆ। ਜੇਤ ਦਿਸ਼ ਆਵਹਿ ਟੋਲ ਰਿਪ ਹਨਹਿ ਤਫੰਗ ਕਰਾਲ। ਜਿਹੜੇ ਪਾਸਿਓਂ ਵੈਰੀ ਆਉਂਦੇ ਦਿਸਦੇ ਆ ਭਾਈ ਲੱਖੂ ਦੇ ਤਾਈ, ਉਧਰਲੇ ਪਾਸੇ ਨੂੰ ਸਿੱਖ ਸੂਰਮਿਆਂ ਨੂੰ ਪ੍ਰੇਰ ਕਰਕੇ ਬੰਦੂਕ ਦੀਆਂ ਗੋਲੀਆਂ ਚਲਵਾ ਦਿੰਦੇ ਹਨ ਜੀ। ਭੁਜੰਗ ਪਰਿਆਤ ਛੰਦ ਨਹੀਂ ਨੇਰ ਢੂਕੇ ਕੁਪਿਓ ਖਾਨ ਕਾਲਾ। ਜਦੋਂ ਬੜੇ ਜੱਦੋ ਜਹਿਦ ਤੋਂ ਬਾਅਦ ਵੀ ਸਿੱਖ ਸੂਰਮਿਆਂ ਦਾ ਨੇੜਾ ਨਾ ਕਰ ਸਕੇ, ਕਰਤਾਰਪੁਰ ਸਾਹਿਬ ਦੇ ਪਾਸ ਨਾ ਆ ਸਕੇ ਮੁਗਲ ਫੌਜੀ, ਇਹ ਸੈਨਿਕ, ਉਸ ਸਮੇਂ ਕਾਲੇ ਖਾਨ ਜਿਹੜਾ ਇਹਨਾਂ ਦਾ ਜਰਨੈਲ ਸੀ, ਬੜੇ ਗੁੱਸੇ ਦੇ ਵਿੱਚ ਆਇਆ ਜੀ। ਸੋ ਉੱਚੇ ਉਚਾਰਿਓ ਕਠੋਰੰ ਵਿਸਾਲਾ। ਉਸ ਸਮੇਂ ਬੜੇ ਕਠੋਰ ਸਖਤ ਬਚਨ ਕਹੇ ਇਸਨੇ, ਬਹੁਤ ਗੁੱਸੇ ਵਾਲੇ ਸਖਤ ਬਚਨਾਂ ਦੇ ਵਿੱਚ ਆਪਣੀ ਫੌਜ ਦੇ ਤਾਈਂ ਇਉਂ ਕਹਿਣ ਲੱਗਾ ਹੈ। ਕਹਾਂ ਤਰਾਸ ਧਾਰਿਓ ਖਰੇ ਦੇਰ ਲਾਵੋ। ਕਹਿੰਦਾ ਕਿੱਥੇ ਤੁਸੀਂ ਡਰ ਧਾਰ ਕੇ ਕਾਇਰ ਹੋ ਗਏ ਹੋ, ਡਰਪੋਕ ਬਣ ਕੇ ਖਲੋਤੇ ਹੋਏ ਹੋ, ਇੰਨਾ ਸਮਾਂ ਕਿਉਂ ਲਾ ਰਹੇ ਹੋ? ਹੁਣ ਕਰੋ ਕਿਉਂ ਨਾ ਹੇਲਾ ਸੋ ਆਪਾ ਬਚਾਵੋ। ਕਿਉਂ ਨਹੀਂ ਤੁਸੀਂ ਹੱਲਾ ਕਰਦੇ ਸਿੱਖਾਂ ਦੇ ਉੱਪਰ, ਸਿੱਖ ਸੂਰਮਿਆਂ ਦੇ ਉੱਪਰ? ਕਿਉਂ ਨਹੀਂ ਆਪਣਾ ਜ਼ੋਰ ਵਿਖਾਉਂਦੇ? ਕਿਉਂ ਤੁਸੀਂ ਆਪਣੇ ਪ੍ਰਾਣਾਂ ਨੂੰ, ਆਪਣੇ ਸਵਾਸਾਂ ਨੂੰ ਪਿਆਰਾ ਕੀਤਾ ਹੋਇਆ ਬਚਾਉਣ ਦੇ ਲਈ? ਗੁਰਸੈਨ ਥੋੜੀ ਜਥਾ ਲਾਉਣ ਆਟਾ। ਗੁਰੂ ਸਾਹਿਬ ਜੀ ਦੀ ਫੌਜ ਤੇ ਬੜੀ ਥੋੜੀ ਜੀ ਗਿਣਤੀ ਦੇ ਵਿੱਚ ਹੀ ਹੈ ਨਾ। ਕਹਿੰਦੇ ਇਉਂ ਹੈ ਜਿਵੇਂ ਆਟੇ ਦੇ ਵਿੱਚ ਲੂਣ ਮਲਾਈਦਾ। ਸਾਡੀ ਫੌਜ ਆਟੇ ਦੀ ਨਿਆਈ ਹੈ ਤੇ ਗੁਰੂ ਸਾਹਿਬ ਜੀ ਦੀ ਫੌਜ ਹੈ ਜਿਹੜੀ ਉਹ ਲੂਣ ਦੀ ਨਿਆਈ ਹੈ। ਪਰ ਉਹ ਏਕ ਵਾਰੀ ਅਸੀਂ ਕਾਢ ਕਾਟਾ। ਇੱਕੇ ਵਾਰੀ ਸਾਰੇ ਪੈ ਜਾਓ ਮਿਆਨਾਂ ਦੇ ਵਿੱਚੋਂ, ਧਰੂ ਲਵੋ ਸ਼੍ਰੀ ਸਾਹਿਬਾਂ ਦੇ ਤਾਈਂ, ਖਿੱਚ ਕੇ ਸੂਤ ਕੇ ਔਰ ਵੱਢ ਕੇ ਸਿੱਟ ਦਿਓ ਸਤਿਗੁਰਾਂ ਦੇ ਸਿੱਖ ਸੂਰਮਿਆਂ ਦੇ ਤਾਈਂ। ਚੜ੍ਹੈ ਸੂਰਜ ਲਓ ਫਤਿਹ ਲਹੋ ਪਾਈ। ਜਿੰਨੇ ਚਿਰ ਤੱਕ ਸੂਰਜ ਨੇ ਚੜ੍ਹਨਾ ਹੈ, ਪ੍ਰਕਾਸ਼ਮਾਨ ਹੋਣਾ ਅਸਮਾਨ ਦੇ ਵਿੱਚ, ਦਿਨ ਚੜ੍ਹਨਾ ਹੈ ਨਾ, ਦਿਨ ਚੜ੍ਹਨ ਦੇ ਸਮੇਂ ਤੱਕ ਹੱਲਾ ਕਰੋ, ਹਿੰਮਤ ਕਰੋ, ਜ਼ੋਰ ਵਿਖਾਵੋ ਤੇ ਫਤਿਹ ਪ੍ਰਾਪਤ ਕਰ ਲਵੋ, ਜਿੱਤ ਲਵੋ ਸਤਿਗੁਰਾਂ ਦੀ ਫੌਜ ਨੂੰ ਮਾਰ ਕਰਕੇ ਇਸ ਜੰਗ ਦੇ ਤਾਈਂ। ਜਬੈ ਕ੍ਰੋਧ ਕੈ ਖਾਨ ਬਾਨੀ ਸੁਣਾਈ। ਜਦੋਂ ਗੁੱਸੇ ਵਿੱਚ ਆ ਕੇ ਇਹਨਾਂ ਦੇ ਜਰਨੈਲ ਨੇ, ਕਾਲੇ ਖਾਨ ਨੇ ਐਸੇ ਸਖਤ ਬਚਨ ਇਹਨਾਂ ਦੇ ਤਾਈਂ ਕਹੇ ਹਨ। ਉਤੇ ਵੀਰ ਸੈਨਾਪਤੀ ਓਜ ਧਾਰੇ। ਜਿੰਨੇ ਇਸ ਦੇ ਅੱਗੇ ਸੈਨਾਪਤੀ ਸੀ ਨਾ, ਸਾਰਿਆਂ ਨੇ ਆਪੋ ਆਪਣਾ ਜ਼ੋਰ ਸੰਭਾਲਿਆ ਵੀ ਸਾਡੇ ਮੁੱਖ ਜਰਨੈਲ ਨੇ ਸਾਨੂੰ ਡਾਂਟਿਆ ਹੈ। ਜੰਮੂ ਸੋ ਕਹਿਓ ਕਰੂੜ ਠਾਂਡੇ ਨਿਹਾਰੇ। ਉਸ ਸਮੇਂ ਫੌਜ ਦੇ ਤਾਈਂ ਕਹਿਣ ਲੱਗੇ ਹਨ
ਕਰੂੜ ਟੇਢੀ ਨਜ਼ਰ ਨਾਲ ਵੇਖਦਿਆਂ ਹੋਇਆਂ, ਤਾੜਨ ਵਾਲੀ ਨਿਗਾਹ ਨਾਲ ਵੇਖਦਿਆਂ ਹੋਇਆਂ ਆਪਣੇ ਫੌਜੀਆਂ ਨੂੰ। ਔਰ ਕਹਿੰਦੇ ਖੜੇ ਹੋਏ ਤੁਸੀਂ ਕੀ ਵੇਖ ਰਹੇ ਹੋ? ਇਸ ਜਗ੍ਹਾ ਦੇ ਉੱਪਰ ਜੰਗ ਮਚਿਆ ਹੋਇਆ ਹੈ। ਚਲੋ ਕਿਉਂ ਨਾ ਆਗੇ ਕਰੋ ਪ੍ਰਾਨ ਪਿਆਰੇ। ਕਿਉਂ ਨਹੀਂ ਤੁਸੀਂ ਅੱਗੇ ਜਾ ਕੇ ਜੰਗ ਦੇ ਵਿੱਚ ਲੜਦੇ ਸਿੱਖਾਂ ਦੇ ਨਾਲ? ਕਿਉਂ ਤੁਹਾਨੂੰ ਆਪਣੇ ਸਵਾਸ ਪਿਆਰੇ ਹੋ ਗਏ ਆ, ਜਾਨ ਪਿਆਰੀ ਹੋ ਗਈ? ਪਰਿਓ ਸ਼ਾਹ ਕੋ ਕਾਜ ਕੀਜੈ ਸੁਧਾਰੇ। ਬਾਦਸ਼ਾਹ ਸ਼ਾਹਜਹਾਂ ਦਾ ਜਿਹੜਾ ਕਾਰਜ ਉਸ ਨੂੰ ਪਿਆ ਹੋਇਆ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਿੱਤ ਕੇ ਬੰਦੀ ਬਣਾ ਕੇ ਲਿਜਾਣ ਦਾ, ਇਸ ਦੇ ਵਿੱਚ ਸਹਾਇਤਾ ਕਰੋ। ਜਾ ਕੇ ਲੜੋ, ਸਿੱਖ ਸੂਰਮਿਆਂ ਨੂੰ ਮਾਰੋ। ਇਹ ਕਾਰਜ ਆਪਾਂ ਬਣਾ ਲਈਏ, ਸਾਰੇ ਸਵਾਰ ਲਈਏ। ਸੁਣੀ ਖਾਨ ਕਾਨਨ ਜੋ 20 ਹਜ਼ਾਰਾ। ਇਹ ਜਿਹੜੀਆਂ ਸੈਨਾਪਤੀਆਂ ਦੀਆਂ ਗੱਲਾਂ, ਇੱਕ 20,000 ਜਿਹੜਾ ਫੌਜੀ ਆਗੂ ਸੀ ਨਾ ਖਾਨ ਮੁਰਾਤਬੇ ਦਾ, ਉਸਨੇ ਆਪਣੇ ਕੰਨਾਂ ਦੇ ਵਿੱਚ ਜਦੋਂ ਇਹ ਬਚਨ ਸੁਣੇ ਹਨ, ਦਲੰ ਚਾਲ ਆਗੈ ਚਾਹਿਓ ਜੰਗ ਭਾਰਾ। ਇਹ ਆਪਣੇ 20,000 ਫੌਜੀ ਸੈਨਿਕ ਦਲ ਨੂੰ ਅੱਗੇ ਲਿਜਾ ਕੇ ਚਾਹੁੰਦਾ ਹੈ ਮਨ ਦੇ ਵਿੱਚ ਵੀ ਮੈਂ ਭਾਰਾ ਜੰਗ ਸਿੱਖ ਸੂਰਮਿਆਂ ਦੇ ਨਾਲ ਮਚਾਵਾਂ। ਹਕੰ ਹਾਕ ਬਾਜੀ ਤੁਰੰਗਨ ਤਵਾਏ। ਇਸ ਨੇ ਆਪਣੀ ਕਮਾਨ ਹੇਠ ਆਉਂਦੇ 20,000 ਮੁਗਲਾਂ ਨੂੰ ਉਸੇ ਸਮੇਂ ਸੈਨਤ ਮਾਰੇ ਔਰ ਕਿਹਾ ਹਿੱਕ ਹਿੱਕ ਕੇ ਆਪਣੇ ਘੋੜਿਆਂ ਦੇ ਤਾਈਂ ਛੇਤੀ ਦੇ ਨਾਲ ਦੌੜਾ ਕੇ ਅੱਗੇ ਲੈ ਚੱਲੀਏ ਜੰਗ ਦੇ ਵਿੱਚ। ਕਰੈ ਤਿਆਰ ਹਾਥੈਂ ਤਫੰਗੈ ਉਠਾਏ। ਇਹ ਕਿਰਿਆ ਕਰਨ ਦੇ ਨਾਲ ਨਾਲ ਇਸ ਦੇ ਜਿਹੜੇ ਫੌਜੀ ਹਨ, ਸੇਵਕ ਇਸ ਦੇ ਅਧੀਨ, ਉਹਨਾਂ ਫੌਜੀਆਂ ਨੇ ਹੱਥਾਂ ਦੇ ਵਿੱਚ ਬੰਦੂਕਾਂ ਵੀ ਚੁੱਕ ਲਈਆਂ, ਤਿਆਰ ਕਰ ਲਈਆਂ, ਬਰੂਦ ਭਰ ਲਿਆ ਹੈ, ਰਵਾਂ ਦਸਤ ਕਰ ਲਈਆਂ ਹਨ। ਹਲਾ ਹਾਲ ਬੋਲੇ ਧਕਾ ਧੱਕ ਹੋਏ। ਹੱਲਾ ਕਰਨ ਦੇ ਲਈ ਇੱਕ ਦੂਜੇ ਨੂੰ ਪ੍ਰੇਰਦੇ ਆ ਵੀ ਚੱਲੋ ਹੱਲਾ ਕਰੋ, ਸਿੱਖ ਸੂਰਮਿਆਂ ਨੂੰ ਜਿੱਤ ਲਵੋ, ਮਾਰ ਲਵੋ। ਇਉਂ ਕਹਿੰਦੇ ਇੱਕ ਦੂਜੇ ਨੂੰ ਧੱਕਾ ਮੁੱਕੀ ਕਰਦਿਆਂ ਹੋਇਆਂ ਸਿੱਖ ਸੂਰਮਿਆਂ ਵੱਲ ਵੱਧਦੇ ਜਾ ਰਹੇ ਹਨ ਜੀ। ਅੰਧੇਰਾ ਮਹਾ ਧੂਰ ਦੀਖੇ ਨਾ ਕੋਏ। ਬਹੁਤ ਭਾਰੀ ਹਨੇਰਾ, ਇੱਕ ਤੇ ਰਾਤ ਦਾ ਸਮਾਂ, ਦੂਜੀ ਧੂੜ ਅਸਮਾਨ ਦੇ ਵਿੱਚ ਚੜੀ ਹੋਈ ਆ ਘੋੜਿਆਂ ਦੀ ਪੌੜ ਦੇ ਨਾਲ, ਕੁਝ ਵੀ ਨਜ਼ਰ ਨਹੀਂ ਆ ਰਿਹਾ ਹੈ। ਗਿਰੇ ਵੀਰ ਕੇਤੇ ਮਰੇ ਸੋ ਅਟੰਕੇ। ਕਿੰਨੇ ਕੁ ਸੂਰਮੇ ਜਿਹੜੇ ਅੜੇ ਸੀ ਤੁਰਕ ਸਤਿਗੁਰਾਂ ਦੇ ਸਿੱਖਾਂ ਦੇ ਸਾਹਮਣੇ, ਉਹ ਮਰ ਕਰਕੇ ਧਰਤੀ ਦੇ ਉੱਪਰ ਡਿੱਗੇ ਪਏ ਹੋਏ ਆ ਜੀ। ਪਰੇ ਉਪਰੇ ਨਾ ਉਠੇ ਹੋਏ ਅਤੰਕੇ। ਜਿਹੜੇ ਜਿਉਂਦੇ ਡਿੱਗੇ ਹੋਏ ਆ ਜ਼ਖਮੀ ਹੋ ਕੇ ਧਰਤੀ ਦੇ ਉੱਪਰ, ਉਹ ਡਰਦੇ ਹੀ ਨਹੀਂ, ਉੱਠਦੇ ਵੀ ਜਾਨ ਬਚ ਜਾਵੇ ਇਉਂ ਲੰਮੇ ਪਿਆਂ ਦੀ। ਹੁਣ ਦੋਹਰੇ ਉੱਠ ਕੇ ਜੰਗ ਦੇ ਵਿੱਚ ਸਾਹਮਣੇ ਹੋਈਏ ਹੀ ਨਾ। ਸਿੱਖ ਸੂਰਮਿਆਂ ਨੇ ਐਸਾ ਜੰਗ ਲੜਿਆ, ਐਸਾ ਡਰ ਭਰ ਦਿੱਤਾ ਇਹਨਾਂ ਦੇ ਹਿਰਦਿਆਂ ਦੇ ਵਿੱਚ। ਸੰਭਾਰੈ ਕਿਤੇ ਹਾਥ ਡਾਰੀ ਤਫੰਗਾਂ। ਕਿੰਨੇ ਆਪਣੇ ਆਪ ਨੂੰ ਸੰਭਾਲਦੇ ਆ ਵੀ ਬਚ ਜਾਈਏ ਕਿਸੇ ਤਰੀਕੇ। ਹੱਥ ਦੇ ਵਿੱਚੋਂ ਬੰਦੂਕਾਂ ਇਹਨਾਂ ਨੇ ਧਰਤੀ ਤੇ ਸਿੱਟ ਦਿੱਤੀਆਂ ਡਰਦਿਆਂ ਹੋਇਆਂ ਨੇ। ਕਿਤੇ ਛੂਟ ਕੇ ਛੂਛ ਦੌਰੇ ਤਫਰ ਤੁਰੰਗਾਂ। ਕਿੰਨੇ ਸੈਨਿਕਾਂ ਤੋਂ ਛੁੱਟ ਛੁੱਟ ਕੇ ਡਰਦੇ ਮਾਰੇ ਹੋਏ ਜਿਹੜੇ ਘੋੜੇ ਆ ਤੁਰਕਾਂ ਦੇ, ਉਹ ਵੀ ਖਾਲੀ ਇਸ ਜੰਗ ਭੂਮੀ ਦੇ ਵਿੱਚ ਘੁੰਮ ਰਹੇ ਹਨ, ਦੌੜਦੇ ਫਿਰ ਰਹੇ ਹਨ ਜੀ। ਬਿਨਾ ਮਾਰ ਕੀਨੇ ਮਰੇ ਛੱਤਰ ਕੇਤੇ। ਸੋ ਐਸੀ ਧੱਕਾ ਮੁੱਕੀ ਦੇ ਵਿੱਚ, ਐਸੀ ਗਾਹ ਗੱਚ ਦੇ ਵਿੱਚ, ਐਸੇ ਹਨੇਰੇ ਦੇ ਵਿੱਚ ਕਿੰਨੇ ਕਵੈਰੀ ਜਿਹੜੇ ਇਹਨਾਂ ਦੇ ਸਨ ਬਹੁਤੇ, ਉਹ ਬਿਨਾ ਮਾਰਿਆਂ ਹੀ ਸਿੱਖ ਸੂਰਮਿਆਂ ਦੇ ਆਪਸਰੀ ਦੇ ਵਿੱਚ ਇਉਂ ਹੀ ਮਰ ਗਏ ਜੀ। ਤਰੇ ਉਪਰੇ ਹੋਤ ਭੈ ਕੇ ਸਮੇਤੇ। ਕਈ ਧਰਤੀ ਤੇ ਡਿੱਗੇ ਹੋਏ ਇੱਕ ਦੂਜੇ ਦੇ ਹੇਠਾਂ ਉੱਤੇ ਹੁੰਦੇ ਆ ਜਿਹੜੇ ਜਿਉਂਦੇ ਆ ਵੀ ਕਿਸੇ ਨਾ ਕਿਸੇ ਤਰੀਕੇ ਬਚ ਜਾਈਏ। ਐਸਾ ਭਿਆਨਕ ਡਰ ਹੈ ਮਨਾਂ ਦੇ ਵਿੱਚ। ਜਿਹੜਾ ਉੱਪਰ ਪਿਆ ਹੋਇਆ ਉਹ ਹੇਠਾਂ ਜਾਣਾ ਚਾਹੁੰਦਾ ਵੀ ਹੇਠਾਂ ਵਾਲੇ ਨੂੰ ਮੈਂ ਆਪਣੇ ਉੱਪਰ ਕਰ ਲਵਾਂ। ਜੇ ਕੋਈ ਮਰੇਗਾ ਤੇ ਉੱਪਰ ਵਾਲਾ ਪਹਿਲਾਂ ਮਰ ਜਾਏਗਾ। ਘੋੜਿਆਂ ਦੀ ਪੌੜ ਹੇਠ ਆ ਕੇ ਜੇ ਮਿੱਧਿਆ ਜਾਏਗਾ ਤੇ ਮੇਰਾ ਬਚਾਅ ਹੋ ਜਾਵੇ। ਇਸ ਤਰੀਕੇ ਦੀ ਹਾਲਾਤ ਬਣੀ ਹੋਈ ਹੈ ਜੀ। ਸਹੰਸਰਾ ਜੋ ਬੀਸੰ ਟੁਕੇ ਵਾਏ ਧੌਂਸੇ। ਇਹ ਜਿਹੜੇ 20,000 ਦੀ ਗਿਣਤੀ ਦੇ ਕਾਲੇ ਖਾਨ ਦੀ ਲਲਕਾਰ ਸੁਣ ਕੇ ਜਿਹੜਾ ਖਾਨ ਅੱਗੇ ਵਧਿਆ ਸੀ ਨਾ ਆਪਣੇ 20,000 ਫੌਜੀਆਂ ਨੂੰ ਨਾਲ ਲੈ ਕਰਕੇ, ਕਿਤੇ ਵੀਰ ਲੱਖੂ ਲੀਏ ਸੰਗ ਨੌਸੇ। ਇਸ ਨੇ ਅੱਗੇ ਵੱਧ ਕੇ ਬੜੇ ਨਗਾਰੇ ਵਜਾਏ ਵੀ ਮੈਂ ਜੰਗ ਦੇ ਵਿੱਚ ਆਇਆ, ਹੁਣ ਸਤਿਗੁਰਾਂ ਦੇ ਸਿੱਖ ਸਾਹਮਣੇ ਆਉਣ। ਜਦੋਂ ਇਸ ਦੇ ਨਗਾਰਿਆਂ ਦੀ ਆਵਾਜ਼ ਸੁਣੀ, ਲਲਕਾਰ ਸੁਣੀ, ਇੱਧਰੋਂ ਭਾਈ ਲੱਖੂ ਇਹ 900 ਦੀ ਗਿਣਤੀ ਦੇ ਵਿੱਚ ਸਿੱਖ ਸੂਰਮਿਆਂ ਨੂੰ ਨਾਲ ਲੈ ਕੇ ਇਹਨਾਂ ਦੇ ਮੁਕਾਬਲੇ ਲਈ ਅੱਗੇ ਵੱਧ ਪਿਆ ਹੈ। ਭਾਇਆ ਠਾਂਡ ਆਗੇ ਤਫੰਗਾਂ ਚਲਾਈ। ਸਾਹਮਣੇ ਖੜਾ ਹੋ ਕਰਕੇ ਇਹਦੇ ਦਲ ਦੇ 20,000 ਦੇ 900 ਬੰਦੂਕਾਂ ਇੱਕੇ ਵਾਰੀ ਸਿੱਖ ਸੂਰਮਿਆਂ ਨੂੰ ਆਦੇਸ਼ ਦੇ ਕੇ ਚਲਵਾ ਦਿੱਤੀਆਂ। ਦੜਾ ਦਾੜ ਗੇਰੇ ਲਗੀ ਬੇਗ ਜਾਈ। ਗੋਲੀ ਦੀਆਂ ਬੰਦੂਕ ਦੀਆਂ ਗੋਲੀਆਂ ਜਦੋਂ ਬੰਦੂਕਾਂ ਦੇ ਵਿੱਚੋਂ ਨਿਕਲੀਆਂ
ਕਾਹਲੀ ਦੇ ਨਾਲ ਮੁਗਲਾਂ ਦੇ ਸਰੀਰਾਂ ਵਿੱਚ ਪ੍ਰਵੇਸ਼ ਕਰ ਗਈਆਂ ਔਰ ਦੜਾ-ਦੜ ਭਾਵ ਛੇਤੀ ਦੇ ਨਾਲ ਇਹਨਾਂ ਨੂੰ ਘੋੜਿਆਂ ਤੋਂ ਧਰਤੀ ਤੇ ਸਿੱਟ ਦਿੱਤਾ ਜੀ। ਜਿਤੀ ਛੋਰ ਗੋਰੀ ਸਭੀ ਲਾਗ ਬੀਰੰ। ਜਿੰਨੀਆਂ ਗੋਲੀਆਂ ਚਲਾਈਆਂ ਸੀ ਨਾ ਬੰਦੂਕਾਂ ਦੇ ਵਿੱਚੋਂ ਸਿੱਖ ਸੂਰਮਿਆਂ ਨੇ, ਉਹ ਸਾਰੀ ਦੀਆਂ ਸਾਰੀਆਂ ਹੀ ਲੱਗ ਗਈਆਂ ਮੁਗਲ ਫੌਜੀਆਂ ਦੇ। ਕੋਈ ਵੀ ਗੋਲੀ ਜਿਹੜੀ ਹੈ ਖਾਲੀ ਨਾ ਗਈ। ਨਹੀਂ ਛੂਚ ਕੋਈ ਗਈ ਹੋਏ ਤੀਰੰ। ਇਹਨਾਂ ਦੇ ਕੋਲ ਦੀ ਨਾ ਲੰਘੀ ਕੋਈ ਵੀ ਖਾਲੀ ਹੋ ਕਰਕੇ, ਸਾਰੀਆਂ ਦੀ ਮਾਰ ਹੇਠ ਇਹਨਾਂ ਦੇ ਫੌਜੀ ਆ ਗਏ। ਏਕੰਵਾਰ ਮੈਂ ਸੂਰ 900 ਗਿਰਾਏ। ਇਸ ਤਰੀਕੇ ਨਾਲ ਸਿੱਖ ਸੂਰਮਿਆਂ ਨੇ ਇੱਕੇ ਹੀ ਵਾਰ ਦੇ ਵਿੱਚ ਬੰਦੂਕਾਂ ਦੀ ਇੱਕੋ ਸ਼ਲਖ ਚਲਾ ਕੇ 900 ਦੀ ਗਿਣਤੀ ਦੇ ਇਹ ਮੁਗਲ ਸੈਨਿਕ ਮਾਰ ਕੇ ਸਿੱਟ ਦਿੱਤੇ। ਪੁਨੰ ਪਾਏ ਬਾਰੂਦ ਤਿਆਰੀ ਕਰਾਏ। ਫਿਰ ਛੇਤੀ ਦੇ ਨਾਲ ਸਿੱਖ ਸੂਰਮਿਆਂ ਨੇ ਬੰਦੂਕਾਂ ਦੇ ਵਿੱਚ ਬਰੂਦ ਪਾ ਕੇ ਕਾਹਲੀ ਦੇ ਨਾਲ ਬੰਦੂਕਾਂ ਦੇ ਤਾਈਂ ਰਵਾਂਦਸਤ ਕਰ ਲਿਆ। ਇਹ ਸਿੱਖ ਸੂਰਮਿਆਂ ਦੀ ਕਲਾ ਸੀ। ਸ਼ਸਤਰਾਂ ਦੇ ਨਾਲ ਪਿਆਰ ਹੀ ਇੰਨਾ ਜ਼ਿਆਦਾ ਸੀ ਸਿੱਖ ਸੂਰਮਿਆਂ ਨੂੰ, ਹੱਥ ਇੰਨੇ ਰੈਲੇ ਸੀ ਸ਼ਸਤਰਾਂ ਦੇ ਉੱਪਰ, ਅਭਿਆਸ ਹੀ ਇੰਨਾ ਜ਼ਿਆਦਾ ਸੀ ਸਿੱਖ ਸੂਰਮਿਆਂ ਦਾ ਕਿ ਮੁਗਲ ਸੈਨਿਕਾਂ ਦੇ ਨਾਲੋਂ ਪਹਿਲਾਂ ਹੀ ਫੁਰਤੀ ਦੇ ਨਾਲ ਬਰੂਦ ਦੇ ਨਾਲ ਬੰਦੂਕਾਂ ਨੂੰ ਬਰੂਦ ਦੇ ਨਾਲ ਭਰ ਕੇ ਤੋੜੇ ਦੇ ਨਾਲ ਸਿੰਨ ਕੇ ਸਿੱਖ ਸੂਰਮੇ ਚਲਾ ਦਿਆ ਕਰਦੇ ਸਨ। ਇਹ ਉਸ ਸਮੇਂ ਦੀ ਇੱਕ ਕਲਾ ਹੁੰਦੀ ਸੀ। ਜਿਹੜਾ ਸੂਰਮਾ ਜਿੰਨੀ ਛੇਤੀ ਬੰਦੂਕ ਨੂੰ ਤਿਆਰ ਕਰਕੇ ਚਲਾ ਸਕਦਾ ਹੁੰਦਾ ਸੀ, ਉਹ ਓਨਾ ਹੀ ਆਪ ਦਾ ਜ਼ਿਆਦਾ ਬਚਾਅ ਕਰ ਸਕਦਾ ਸੀ ਤੇ ਵੈਰੀਆਂ ਨੂੰ ਵੱਧ ਤੋਂ ਵੱਧ ਮਾਰ ਸਕਦਾ ਸੀ। ਅੱਜ ਦੇ ਸਮੇਂ ਵਾਂਗੂ ਉਦੋਂ ਮੈਗਜ਼ੀਨਾਂ ਨਹੀਂ ਸੀ ਹੁੰਦੀਆਂ ਵੀ ਇੱਕੇ ਵਾਰੀ ਕੋਈ 8, 10, 15, 20। ਹੁਣ ਤਾਂ ਬਹੁਤ ਭਾਰੀ ਤਕਨੀਕ ਹੈ, ਕਈ ਹਜ਼ਾਰ ਗੋਲੀਆਂ ਇੱਕੇ ਵਾਰੀ ਬੰਦੂਕ ਕੱਢ ਦਿੰਦੀ ਹੈ, ਜਿਹੜੀਆਂ ਘੇਰੇ ਤੋੜਨ ਦੇ ਵਾਸਤੇ ਬਣਾਈਆਂ। ਪਰ ਉਸ ਸਮੇਂ ਤਕਨੀਕਾਂ ਨਹੀਂ ਸੀ ਹੁੰਦੀਆਂ। ਉਦੋਂ ਇੱਕ ਕਲਾ ਹੁੰਦੀ ਸੀ ਸ਼ਸਤਰ ਚਲਾਉਣਾ, ਬੰਦੂਕ ਚਲਾਉਣੀ ਵੀ। ਬੰਦੂਕ ਦੀ ਗੋਲੀ ਚਲਾ ਕੇ ਬੰਦੂਕ ਨੂੰ ਦਵਾ ਦਵ ਖੋਲ੍ਹਣਾ, ਫਿਰ ਉਸ ਦੇ ਵਿੱਚ ਬਰੂਦ, ਉਸ ਦੇ ਵਿੱਚ ਸਿੱਕਾ ਭਰਨਾ, ਫਿਰ ਉਹਨੂੰ ਕੁੱਟਣਾ ਦੱਬ ਕੇ, ਮਜ਼ਬੂਤੀ ਦੇ ਨਾਲ ਭਰ ਲੈਣਾ, ਉਹਨੂੰ ਪੋਲਾ ਨਹੀਂ ਰਹਿਣ ਦੇਣਾ। ਫਿਰ ਉਸ ਨੂੰ ਚੜ੍ਹਾ ਕਰਕੇ ਤੋੜੇ ਨੂੰ ਅੱਗ ਦੇਣੀ ਹੈ। ਸੋ ਜਿੰਨੀ ਕਾਹਲੀ ਨਾਲ ਇਹ ਕਾਰਜ ਹੋ ਸਕਦਾ ਸੀ, ਉਨਾ ਆਪਦਾ ਬਚਾਅ ਹੁੰਦਾ ਸੀ ਤੇ ਵੈਰੀ ਦਾ ਨੁਕਸਾਨ ਹੁੰਦਾ ਸੀ। ਤੇ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਜਿਸ ਸਮੇਂ ਸਿੱਖ ਸੂਰਮਿਆਂ ਦੀ ਫੌਜ ਬਣਾਈ, ਇਹ ਵਿਸ਼ੇਸ਼ ਖਿਆਲ ਰੱਖਿਆ ਵੀ ਸੈਨਿਕ ਬੇਸ਼ੱਕ ਥੋੜ੍ਹੇ ਹੀ ਤਿਆਰ ਕੀਤੇ ਜਾਣ, ਪਰ ਤਿਆਰ ਐਸੇ ਕੀਤੇ ਜਾਣ ਜਿਹੜਾ ਕੱਲਾ ਕੱਲਾ ਸੈਨਿਕ ਸਿੱਖ ਸੂਰਮਾ ਸੈਂਕੜਿਆਂ ਦਾ ਮੁਕਾਬਲਾ ਕਰ ਸਕਦਾ ਹੋਵੇ। ਐਸਾ ਸ਼ਸਤਰਾਂ ਦਾ ਅਭਿਆਸਤ ਕਰਾਇਆ। ਸੋ ਇਹ ਇਕੱਲਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸਮੇਂ ਦਾ ਇਤਿਹਾਸ ਹੀ ਨਹੀਂ। ਮੈਂ ਇਸ ਕਰਕੇ ਬੇਨਤੀਆਂ ਕਰ ਰਿਹਾ ਵੀ ਆਪਾਂ ਸੋਚਾਂਗੇ ਸਾਹਮਣੇ 75,000 ਕਿਹੜਾ ਖਾਲੀ ਹੱਥ ਆਇਆ ਸੀ। ਜੇ 900 ਨੇ 900 ਨੂੰ ਏਡੀ ਛੇਤੀ ਸਿੱਟ ਲਿਆ ਤੇ ਉਹ ਸਾਹਮਣੇੋਂ ਬੰਦੂਕ ਕਿਉਂ ਨਹੀਂ ਚਲਾ ਸਕੇ? ਇਸ ਕਰਕੇ ਕਿਉਂਕਿ ਉਹਨਾਂ ਦਾ ਇੰਨਾ ਅਭਿਆਸ ਨਹੀਂ ਸੀ ਜਿੰਨਾ ਸਿੱਖ ਸੂਰਮਿਆਂ ਦਾ ਅਭਿਆਸ ਸੀ। ਸੋ ਸ਼ਸਤਰਾਂ ਦਾ ਵੀ ਪਰ ਵਿਸ਼ੇਸ਼ ਖਿਆਲ ਰੱਖਿਆ ਸੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ। ਮੁਗਲ ਫੌਜਾਂ ਦੇ ਮੁਕਾਬਲੇ ਸਿੱਖ ਸੂਰਮਿਆਂ ਦੇ ਪਾਸ ਸ਼ਸਤਰ ਬਹੁਤ ਹੀ ਚੰਗੀ ਕਿਸਮ ਦੇ ਸੀ। ਇੱਕ ਅੰਗਰੇਜ਼ ਜਦੋਂ 300 ਸਾਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਪੁਰਬ ਮਨਾਇਆ ਗਿਆ ਸੀ ਹਜ਼ੂਰ ਸਾਹਿਬ ਨੰਦੇੜ ਵਿਖੇ 2008-9 ਦੇ ਵਿੱਚ, ਉੱਥੇ ਆਇਆ ਸੀ ਇੱਕ ਅੰਗਰੇਜ਼। ਉਹਨੇ ਖੋਜ ਕੀਤੀ ਸੀ। ਉਹਨੇ ਖੋਜ ਦੇ ਅਧੀਨ ਇਹ ਗੱਲ ਦੱਸੀ ਸੀ, ਕਹਿੰਦਾ ਮੈਂ ਹੈਰਾਨ ਰਹਿ ਗਿਆ ਜਦੋਂ ਮੈਂ ਸਿੱਖਾਂ ਦੇ ਸ਼ਸਤਰਾਂ ਦੀ ਖੋਜ ਕੀਤੀ ਤੇ ਉਸ ਸਮੇਂ ਦੇ ਸਮਕਾਲੀ ਜਿਨ੍ਹਾਂ ਨੇ ਸਿੱਖਾਂ ਦੇ ਨਾਲ ਜੰਗ ਲੜੇ ਉਹਨਾਂ ਮੁਗਲਾਂ ਦੇ ਸ਼ਸਤਰਾਂ ਦੀ ਜਦੋਂ ਮੈਂ ਸਰਚ ਕੀਤੀ, ਸਿੱਖ ਸੂਰਮਿਆਂ ਦੇ ਪਾਸ ਸ਼ਸਤਰ ਮੁਗਲ ਸੈਨਿਕਾਂ ਦੇ ਨਾਲੋਂ ਕਈ ਦਰਜੇ ਦੇ ਚੰਗੇ ਸੀ, ਕਈ ਗੁਣਾ ਚੰਗੇ ਸੀ। ਮੁਗਲਾਂ ਦੇ ਪਾਸ ਸਿੱਖਾਂ ਦੇ ਮੁਕਾਬਲੇ ਦੇ ਸ਼ਸਤਰ ਹੀ ਨਹੀਂ ਸਨ। ਇੱਕ ਇਹ ਸੀ ਤੇ ਦੂਜੀ ਗੱਲ ਉਸਨੇ ਕਹੀ ਕਰਦੇ ਸਿੱਖ ਬਹੁਤ ਬਲਵਾਨ ਸਨ, ਸਾਈਕੋਲੋਜੀਕਲੀ ਬੜੇ, ਮੱਤ ਬੜੀ ਉੱਚੀ ਸੀ ਸਿੱਖਾਂ ਦੀ। ਸਰੀਰ ਜਵਾਬ ਦੇ ਜਾਂਦਾ ਸੀ, ਸਿੱਖਾਂ ਦੀ ਸੋਚ, ਸਿੱਖਾਂ ਦੀ ਮੱਤ ਨਹੀਂ ਸੀ ਜਵਾਬ ਦਿੰਦੀ। ਇਸੇ ਕਰਕੇ ਲੱਥੇ ਸਿਰ ਨੂੰ ਵੀ ਤਲੀ ਤੇ ਰੱਖਣ ਦੀ ਸ਼ਕਤੀ ਸੀ ਸਿੱਖਾਂ ਦੇ ਵਿੱਚ, ਇੰਨੇ ਸਸ਼ਕਤ ਸੀ। ਤੇ ਗੁਰੂ ਸ਼ਬਦ ਦੇ ਬੜੇ ਅਭਿਆਸਤ ਸਨ। ਕਈ ਘੰਟੇ ਗੁਰੂ ਦੇ ਸ਼ਬਦ ਦੀ ਸੁਰਤ ਟਿਕਾ ਕੇ ਅਭਿਆਸ ਕਰਨਾ ਤੇ ਕਈ ਘੰਟੇ ਦਿਨ ਦੇ ਵਿੱਚ ਸ਼ਸਤਰਾਂ ਦਾ ਅਭਿਆਸ ਕਰਨਾ।
ਉਹ ਕਹਿੰਦਾ 2 ਤੇ 1 ਸਿੱਖਾਂ ਦੇ ਕੋਲ ਸ਼ਸਤਰ ਬਹੁਤ ਚੰਗੇ ਸੀ, 3 ਇਹ ਕਾਰਨ ਸੀ ਗੁਰੂ ਦੀ ਕਿਰਪਾ ਦੇ ਨਾਲ ਸਿੱਖਾਂ ਨੇ ਘੱਟ ਗਿਣਤੀ ਵਿੱਚ ਹੁੰਦਿਆਂ ਵੱਧ ਗਿਣਤੀ ਦੇ ਮੁਗਲਾਂ ਨੂੰ ਇਉਂ ਜਿੱਤਿਆ। ਸੋ ਇਹ ਸਿੱਖ ਸੂਰਮੇ ਇੱਥੇ ਆਪਣੀ ਉਹੀ ਕਲਾ ਵਿਖਾਉਂਦੇ ਆ। ਬੇਸ਼ੱਕ 1800 ਦੀ ਗਿਣਤੀ ਦੇ ਵਿੱਚ ਹੀ ਹੈ। ਜੇ ਹੁਣ ਅੱਜ ਦੀ ਗਣਿਤ ਦੇ ਹਿਸਾਬ ਦੇ ਨਾਲ, ਤਰਕ ਦੇ ਨਾਲ ਚੱਲੀਏ ਤੇ ਫਿਰ ਕਵਾਂਗੇ ਵੀ 75,000 ਦਾ ਸਾਹਮਣਾ 1800 ਸਿੱਖ ਸੂਰਮੇ ਹੀ ਕਿਸ ਤਰੀਕੇ ਦੇ ਨਾਲ ਕਰ ਸਕਦੇ ਆ। ਰਸਾਦ ਸੰਗਤ ਜੀ, ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਨਾ, ਉਦੋਂ ਇਉਂ ਹੀ ਕਿਰਪਾ ਵਰਤਦੀ ਹੈ। ਔਰ ਦੂਜੀ ਗੱਲ, ਮੁੱਢ ਤੋਂ ਦੁਨੀਆ ਦੀ ਕਿਸੇ ਵੀ ਲੜਾਈ ਨੂੰ ਚੁੱਕ ਕੇ ਪੜ੍ਹ ਲਵੋ, ਬੇਸ਼ੱਕ ਘੱਟ ਗਿਣਤੀ ਵਿੱਚ ਫੌਜ ਹੋਵੇ, ਪਰ ਜਿਹੜੀ ਫੌਜ ਸੱਚੀ ਹੁੰਦੀ ਸੀ ਨਾ, ਧਰਮ ਦੇ ਲਈ, ਸਹੀ ਨਿਯਮਾਂ ਦੇ ਲਈ, ਸਮਾਜ ਸੁਧਾਰ ਦੇ ਲਈ ਲੜਦੀ ਸੀ, ਪਾਪ ਨੂੰ, ਜ਼ੁਲਮ ਨੂੰ ਠੱਲ ਪਾਉਣ ਦੇ ਲਈ ਲੜਦੀ ਸੀ, ਅੰਤ ਨੂੰ ਜਿੱਤ ਉਸੇ ਫੌਜ ਦੀ ਹੁੰਦੀ ਸੀ। ਤੇ ਸਾਡੇ ਭਾਰਤ ਵਰਸ਼ ਦਾ ਇਤਿਹਾਸ ਤੇ ਖਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਅੰਕਿਤ ਹੈ। ਰਮਾਇਣ ਗ੍ਰੰਥ ਬਹੁਤ ਪੁਰਾਣਾ, 7000 ਸਾਲ ਪੁਰਾਣਾ। ਇਹ ਵੀ ਇੱਕ ਜੰਗ ਤੇ ਆਧਾਰਿਤ ਆ। ਰਾਵਣ ਦੇ ਪਾਸ ਬਹੁਤ ਵੱਡੀ ਫੌਜ ਸੀ, ਉਹਦੇ ਮੁਕਾਬਲੇ ਰਾਮਚੰਦਰ ਦੇ ਕੋਲ ਬਹੁਤ ਘੱਟ ਸੀ। ਤੇ ਬੰਦਿਆਂ ਦੀ ਤੇ ਹੈ ਹੀ ਨਹੀਂ ਸੀ, ਮੈਂ ਬੇਨਤੀ ਕਰਾਂ, ਮਨੁੱਖਾਂ ਦੀ। ਬਾਂਦਰ ਲੜੇ ਸੀ ਕਹਿੰਦੇ ਰਾਮਚੰਦਰ ਜੀ ਵਾਲੇ ਪੱਖ ਤੋਂ। ਹੁਣ ਕੀ ਸੀ ਕੀ ਨਹੀਂ ਇਹ ਰੱਬ ਜਾਣਦਾ, ਪਰ ਸਿੱਟਾ ਇਹ ਨਿਕਲਦਾ ਵੀ ਜਿੱਤ ਸੱਚ ਦੀ ਹੋਈ, ਬੇਸ਼ੱਕ ਘੱਟ ਗਿਣਤੀ ਸੀ। ਫਿਰ ਇਸੇ ਤਰੀਕੇ ਮਹਾਂਭਾਰਤ ਦੀ ਜੰਗ ਆਉਂਦੀ ਹੈ, ਉਹਦੇ ਵਿੱਚ ਵੀ ਬੇਸ਼ੱਕ ਪਾਂਡਵਾਂ ਦੇ ਪਾਸ ਫੌਜ ਬਹੁਤ ਘੱਟ ਗਿਣਤੀ ਵਿੱਚ ਸੀ ਕੌਰਵਾਂ ਦੇ ਨਾਲੋਂ। ਉਹਨਾਂ ਦੇ ਕੋਲ ਯੋਧੇ ਵੀ ਬਹੁਤ ਬੜੀ ਸੂਰਮੇ ਸੀ, ਪਰ ਇੰਨੇ ਸਾਧਨ ਪਾਂਡਵਾਂ ਦੇ ਪਾਸ ਨਾ ਹੁੰਦਿਆਂ ਹੋਇਆਂ ਵੀ ਉਹਨਾਂ ਦੀ ਜਿੱਤ ਹੋਈ। ਹੋਰ ਵੀ ਬਹੁਤ ਸਾਰੀਆਂ ਜੰਗਾਂ, ਕੋਈ 1-2 ਨਹੀਂ। ਔਰ ਇਸੇ ਤਰੀਕੇ ਸਿੱਖ ਇਤਿਹਾਸ ਦੀਆਂ 4 ਜੰਗਾਂ ਇਹ ਜੋ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਲੜੀਆਂ, ਔਰ 13 ਜੰਗਾਂ ਛੋਟੀਆਂ ਮੋਟੀਆਂ ਟੋਟਲ ਕੁੱਲ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਪਿਤਾ ਮਹਾਰਾਜ ਨੇ ਲੜੀਆਂ। ਬਾਅਦ ਦੇ ਵਿੱਚ ਬੇਅੰਤ ਜੰਗਾਂ ਸਿੱਖ ਸੂਰਮਿਆਂ ਨੇ ਲੜੀਆਂ। ਉਹ ਸਾਰੀਆਂ ਜੰਗਾਂ ਦੇ ਵਿੱਚ ਸਿੱਖ ਸੂਰਮਿਆਂ ਦੀ ਗਿਣਤੀ ਘੱਟ ਹੀ ਹੁੰਦੀ ਸੀ, ਤੇ ਵਿਰੋਧੀਆਂ ਦੀ, ਦੁਸ਼ਮਣਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਸੀ। ਪਰ ਗੱਲ ਇਹ ਸੀ ਵੀ ਪੱਲੇ ਦੇ ਵਿੱਚ ਧਰਮ ਸੀ, ਤੇ ਗੁਰੂ ਦੀ ਖੁਸ਼ੀ ਤੇ ਸੁਰਤ ਮਤ ਉੱਚੀ ਸੀ। ਸੋ ਰਹੋ ਵਿਚਾਰ ਇਸ ਤਰੀਕੇ ਦੇ ਨਾਲ ਸਿੱਖ ਸੂਰਮੇ ਛੇਤੀ ਦੇ ਨਾਲ ਗੋਲੀਆਂ ਚਲਾਉਂਦੇ ਐ, ਔਰ ਫਿਰ ਛੇਤੀ ਦੇ ਨਾਲ, ਕਾਹਲੀ ਦੇ ਨਾਲ, ਆਪਣੀ ਕਲਾ ਦਿਖਾਉਂਦਿਆਂ ਹੋਇਆਂ, ਫੁਰਤੀ ਦਿਖਾਉਂਦਿਆਂ ਹੋਇਆਂ ਦੋਹਰੇ ਫਿਰ ਬੰਦੂਕਾਂ ਨੂੰ ਬੜੀ ਛੇਤੀ ਨਾਲ ਤਿਆਰ ਕਰ ਲੈਂਦੇ ਆ, ਰਮਾਂਦਸਤ ਕਰ ਲੈਂਦੇ ਆ ਜੀ। ਛਣੰਕਾਰ ਹੋਵੇ ਗਜਨ ਕੇਰ ਭਾਰੇ। ਜਦੋਂ ਬੰਦੂਕਾਂ ਨੂੰ ਭਰਦੇ ਆ ਬਰੂਦ ਦੇ ਨਾਲ, ਉਸ ਸਮੇਂ ਛਣਕਾਰ ਉੱਠਦੀ ਹੈ ਗਜਾਂ ਦੀ, ਠੋਕਣ ਦੀ, ਜਿਹੜੀ ਹੈ ਬਰੂਦ ਨੂੰ ਭਰਨ ਦੀ। 2 ਗੋਰੀ ਸੋ ਪਾਵੈ ਠੁਕੈ ਛੱਪਰ ਡਾਰੇ। 2 ਗੋਲੀਆਂ ਪਾਉਂਦੇ ਆ, ਬੰਦੂਕਾਂ ਨੂੰ ਕੱਸ ਕਰਕੇ ਛੇਤੀ ਦੇ ਨਾਲ ਤਿਆਰ ਕਰ ਲੈਂਦੇ ਹਨ ਜੀ। ਪਲੀਤਾਨ ਬਾਰੂਦ ਮੇਲੇ ਜਮਾਵੈ। ਪਲੀਤਿਆਂ ਨੂੰ ਬਰੂਦ ਦੇ ਨਾਲ ਮਿਲਾ ਕਰਕੇ, ਜੋੜ ਕਰਕੇ, ਕਲਾ ਪੈ ਜੜਾਂ ਮੋੜ ਤੋੜੇ ਟਿਕਾਵੈ। ਫਿਰ ਉਹਨਾਂ ਨੂੰ ਕਲਾ ਦੇ ਉੱਪਰ ਟਿਕਾ ਕੇ ਤੇ ਜੋੜ ਕਰਕੇ ਤੋੜੇ ਦੇ ਤਾਈਂ ਟਿਕਾ ਲੈਂਦੇ ਹਨ, ਅੱਗ ਦੇਣ ਦੇ ਲਈ। ਇਸ ਤਰੀਕੇ ਦੇ ਨਾਲ ਫੁਰਤੀ ਦੇ ਨਾਲ ਸਿੱਖ ਸੂਰਮੇ ਜੰਗ ਲੜ ਰਹੇ ਹੈ, ਔਰ ਮੁਗਲ ਫੌਜ ਨੂੰ ਵੱਡੀ ਗਿਣਤੀ ਦੇ ਵਿੱਚ ਹੁੰਦਿਆਂ ਹੋਇਆਂ ਵੀ ਜਿੱਤ ਨਸੀਬ ਨਹੀਂ ਹੋਣ ਦਿੰਦੇ। ਸੋ ਇੱਥੋਂ ਤੱਕ ਪਾਵਨ ਪਵਿੱਤਰ ਗੁਰ ਇਤਿਹਾਸ ਦੀ ਵਿਚਾਰ ਆਈ। ਵਿਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੇ ਖਿਮਾ ਬਖਸ਼ਣੇ, ਅੱਗੇ ਤੋਂ ਸ੍ਰੇਸ਼ਟ ਮਤ ਬਖਸ਼ਿਸ਼ ਕਰਕੇ ਨਿਹਾਲ ਕਰਨਾ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਛਣੰਕਾਰ ਹੋਵੇ ਗਜਨ ਕੇਰ ਭਾਰੇ। 2 ਗੋਰੀ ਸੋ ਪਾਵੈ ਠੁਕੈ ਛੱਪਰ ਡਾਰੇ। ਪਲੀਤਾਨ ਬਾਰੂਦ ਮੇਲਾ ਜਮਾਵੈ। ਕਲਾ ਪੈ ਜੜਾਂ ਮੋੜ ਤੋਰੇ ਟਿਕਾਵੈ। ਵਾਹਿਗੁਰੂ ਜੀ।